नाज़रीन, ये वो बाप है, बेटियां बाप की जान होती हैं। बेटी जो है सबसे ज़्यादा वो समझती है बाप के साथ, लेकिन ये वो बाप है जिसने बेटी को पहले गला दबाया, फिर गर्दन ही काट दी, और ज़रा सी, और अब भी इनको ज़रा भी शर्मिंदगी नहीं इनकी आंखों में, आंसू की तरह सकी बेटी। और ये किस तरह गला दबा के मारिया, छुरी दे नाल मारिया, किस तरह मारिया? ਉਹਨੂੰ ਤਾਂ ਸਾਫ ਬੋਲ ਕੇ ਤੇਰੀ अच्छा, ਉਹ ਮਕਾਰ ਕੇ ਫਿਰ ਟ੍ਰੇਨ ਵਿੱਚ ਸੱਟੀ ਨਹੀਂ मैंने एक बार ये दसो कि इस पर दफ़ा भी ना तरस आया मेरी बेटी की जान बचाने वास्ते ने क्या हो रहा ना, अब्बा भी कोशिश कर, मैंने माफ़ कर दे। ਵਾਸਤੇ ਪਾਏ ਵੀ ਉਸ ਯੂਰ ਪਾਏ रात को गड़ा खोद के उसमें डाला और कहता है कि मैंने छुरी से इसका गला काट दिया और इसको उधर गड़े में ही दफन कर दिया। तेरी गल याद है अपनी बेटी दी जेह्ड़ी तुहानू आके बोलदी हुंदी सी, कुछ ते बोलदी हुंदी है ना। ਇਹ ਕਹਿੰਦੀ ਆਪਣੀ ਰੋਟੀ ਖਾਈ ਪਾਣੀ ਪੀਰਾ। नाज़रीन, इस टाइम ऐसे वो सफाक मुलज़म मौजूद है जिसने अपने ही हाथों से बेदर्दी के साथ अपनी बेटी को कत्ल किया, और कत्ल करने के बाद अपने ही घर में दफना दिया। आइए इससे जानती है कि इसने ऐसा क्यों किया। बेटियां तो बाप की जान होती है। क्या नाम चाचा जी आपका? खलक शेर से ट्वेन तुसी दसो चाचा जी कि तुहाडी बेटी दी उम्र किन्नी सी? ਇਹ ਪਿੰਡ ਦੱਸੋ ਤੁਹਾਡੇ ਹੋਰ ਕਿੰਨੇ ਬੱਚੇ? ਪੰਜ ਬੱਚੇ। ਕਿੰਨੇ ਬੇਟੇ ਤੇ ਕਿੰਨੀਆਂ ਬੇਟੀਆਂ? ਤਿੰਨ ਬੇਟੀਆਂ ਦੋ ਬੇਟੇ। ਅੱਛਾ, ਮੈਨੂੰ ਇਹ ਦੱਸੋ ਕਿ ਕੀ ਹੋਇਆ ਸੀ, ਤੁਸੀਂ ਆਪਣੀ ਬੇਟੀ ਨੂੰ ਕਿਉਂ ਮਾਰਤਾ? ਬੇਟੇ ਦਾ ਕਰਾਈ ਸੀ ਕੰਮ ਤੇ, ਅੱਛਾ, ਕੰਮ ਨਹੀਂ ਸੀ ਕਰਦਾ। ਠੀਕ ਹੈ। ਉੱਥੋਂ ਦੋ ਤਿੰਨ ਰਹਿੰਦੇ, ਫਿਰ ਉਹ ਫਿਨਾਲ ਚਲੀ ਜਾਂਦੇ ਸੀ। ਅੱਛਾ, ਆਂਦੇ ਫਿਰ ਚਲੀ ਗਈ। ਫਿਰ ਉਹ ਨਾਚ ਵੇਖਿਆ ਕਰਤਾਰ ਹੁੰਦਾ ਨਹੀਂ ਸਹੀ। ਅੱਛਾ, ਉਹਨਾਂ ਨੇ ਵੇਖਿਆ, ਤੁਹਾਡੀ ਭੈਣ ਨੇ ਵੇਖਿਆ? ਆ ਬੇਟਾ ਠੀਕ, ਆਪਣੀ ਅੱਖਾਂ ਨਾਲ ਕੀ ਦੇਖਿਆ ਸੀ? ਨਹੀਂ ਕਿੰਨੀ ਉਮਰ ਸੀ ਤੁਹਾਡੀ ਬੇਟੀ ਦੀ? ਤੇ ਉਹ ਪਤਾ ਚਲਾ ਤਾਂ ਸਕੀ ਬੇਟੀ ਸੀ? ਆਂਿਓ ਅੱਛਾ, ਕੀ ਨਾਮ ਸੀ? ਜਕੀਆ ਅੱਛਾ, ਜ਼ਕੀਆ। ਫਿਰ ਉਹਨੂੰ ਮਾਰ ਹੀ ਦਿੱਤਾ? ਅੱਜ ਫਿਰ ਮਾਰ ਦਿੱਤੀ। ਤੁਸੀਂ ਤਸਦੀਕ ਕੀਤੀ ਕਿ ਤੁਹਾਡੀ ਬੇਟੀ ਦਾ ਕੋਈ ਚੱਕਰ ਹੈ ਜਾਂ ਕਿਸੇ ਦੇ ਨਾਲ ਫੜੀ ਗਈ ਹੈ, ਜਾਂ ਤੁਸੀਂ ਇਹਨੂੰ ਖੁਦ ਰੰਗੇ ਹੱਥ ਫੜਿਆ? ਨਹੀਂ ਜੀ ਮੈਂ ਪੇੜ ਨਹੀਂ ਸਿਰਫ ਤੁਹਾਡੀ ਭੈਣ ਨੇ ਕਿਹਾ ਤੇ ਤੁਸੀਂ ਕਰਦਾ? ਅੱਛਾ, ਜਿਸ ਦਿਨ ਉਹਨੇ ਮਾਰਿਆ ਉਸ ਦਿਨ ਤੁਸੀਂ ਕਿੰਜੂ ਮਨਸੂਬਾ ਬਣਾਇਆ, ਕਿੱਥੇ ਉਹ ਬਹਿ ਕੇ ਰਾਤ ਬਣਾਇਆ? ਇਹ ਕਾਰਿਰ ਸੁਭਾ ਬਣਾਇਆ ਸੀ। ਅੱਛਾ, ਤੁਸੀਂ ਮੁਸਲਮਾਨ ਹੋ, ਕਲਮਾ ਪੜ੍ਹਿਆ, ਨਬੀ ਨੂੰ ਮੰਨਦੇ ਹੋ? ਉਹਨਾਂ ਨੇ ਕੀ ਕਿਹਾ ਸੀ ਕਿ ਬੇਦਗਤ ਏਰੀਆ ਉਹਨਾਂ ਨੂੰ ਕਤਲ ਕਰਨ ਵਾਲਾ ਕੌਣ ਹੈ? ਤੇ ਫਿਰ ਤਾਂ ਤੁਸੀਂ ਮੁਸਲਮਾਨ ਹੋ, ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ। ਮੈਂ ਅੱਜ ਤੱਕ ਮੁਸਲਮਾਨ ਤੋਂ ਬਾਹਰ ਨਹੀਂ ਗਏ। ਤੁਹਾਨੂੰ ਜ਼ਰਾ ਵੀ ਨਾ ਅਹਿਸਾਸ ਹੈ ਕਿ ਮੇਰੀ ਇੱਕ ਬੱਚੀ ਹੈ ਜਿਹੜੀ ਮਿਹਨਤ ਕਰਦੀ ਪਈ ਹੈ? ਕਿਹਨਾਂ ਵਾਸਤੇ ਜਾਂਦੀ ਸੀ ਕੰਮ ਕਰਨ? ਆਪ ਦੇ ਪੇਟ ਵਾਸਤੇ ਨਹੀਂ ਹੁੰਦੇ ਸੀ। ਨਹੀਂ, ਆਪਣੇ ਪੇਟ ਵਾਸਤੇ ਨਹੀਂ ਸੀ ਦਾਦੀ। ਮੈਂ ਤਾਂ ਛੋਟੇ ਛੋਟੇ ਪੈਰ ਪਰ ਸਾਡੇ ਵਾਸਤੇ ਜਾਂਦੀ ਸੀ। ਬੇਟੀਆਂ ਦਾ ਕੋਈ ਕੰਮ ਨਹੀਂ ਕਿ ਬਾਪ ਥਿੰਦਾ ਹੈ ਤੇ ਬੇਟੀ ਬਾਹਰ ਨਿਕਲ ਕੇ ਕੰਮ ਕਰ ਰਹੀ ਹੈ। ਸਭ ਨਾਲ ਵੱਡੀ ਸਵਾਲੀਆ ਨਿਸ਼ਾਨ ਹੈ ਕਿ ਬਾਪ ਭਾਈ ਮੌਜੂਦ ਹੈ ਤੇ ਬੇਟੀ ਕੰਮ ਕਰ ਰਹੀ। ਕਾਹਦੇ ਵਾਸਤੇ ਗਈ? ਆਪਣੇ ਅੱਬੇ ਵਾਸਤੇ ਗਈ ਹੈ ਨਾ। ਤੇ ਲੇਕਿਨ ਤੁਸੀਂ ਫਿਰ ਵੀ ਉਹਨੂੰ ਮਾਰਤਾ। ਕਹਿੰਦੇ ਮਾਰਿਆ ਆਪਣੀ ਬੇਟੀ ਨੂੰ? ਆਪਣੇ ਬੇਟੇ ਦੇ ਮਾਰਿਆ ਸੀ ਪੈਰ ਪਰ ਵੀ ਸਵਾਨ ਆਉਟ। ਹੁਣ ਉਹ ਭੈਣ ਭਣਵਈਆ ਤੁਹਾਡੇ ਨਾਲ ਮੌਜੂਦ ਹੈ? ਇਸ ਟਾਈਮ ਜੂਤ ਕੋਈ ਇਸ ਟਾਈਮ ਤੇ ਸਟਾਰ ਬੈਠੀ ਹੈ। ਅੱਛਾ, ਕਿਸ ਤਰ੍ਹਾਂ ਮਾਰਿਆ ਸੀ, ਕਿਸ ਤਰ੍ਹਾਂ ਉਹਦਾ ਗਲਾ ਦਬਾਇਆ, ਘਰ ਵਾਲਿਆਂ ਨੂੰ ਖਬਰ ਵੀ ਨਾ ਹੋਣ ਦਿੱਤੀ? ਕੀ ਮਾਮਲਾ ਕੀਤਾ ਸੀ? ਮੇਰੇ ਸਾਹਮਣੇ ਮੇਰੇ ਨਾਲ ਤੇ ਵੱਡਾ ਪਰ ਨਹੀਂ ਉਹ ਇਸ ਟਾਈਮ ਸੂਰੀ ਨਾਰ ਆਫ ਟਾਈਮ। ਅੱਛਾ, ਸਾਰੇ ਟੋਟਲ ਤੇ ਸੁਬਾ ਬਣਾ ਰਹੇ ਫਿਰ ਕਿੰਨੇ ਕੱਟ ਸੀ। ਅੱਛਾ, ਇੱਕ ਛੋਟੀ ਬੱਚੀ ਵੀ ਹੁਣ ਉਹ ਵੀ ਨਾਲ ਦੇ ਨਾਲ ਚਲੇ ਤਾਂ ਉਸਨੂੰ ਉੱਠਣਾ ਵੀ ਜਾਣਾ ਨਾ। ਠੀਕ ਹੈ। ਉਹ ਚਲੀ ਨਹੀਂ। ਉਹ ਤੋਂ ਬਾਅਦ ਫਿਰ ਸੁਬਾ ਬਣਾ ਕੇ ਪੈਨ ਬਣਵਾਈ ਨਾ ਸੋਣਾ ਉਹਦੇ ਨਾਲ ਹੁਣੀ। ਪੈਰ ਦੇ ਨਾਲ ਨਿਫੋਣਾ ਦੀ। ਅੱਛਾ, ਉਹ ਇੱਕ ਟਾਈਮ ਨਾਰਲੈਂਡ ਸੁਬਾ ਬਣਾ ਕੇ ਮਾਰ ਕੇ ਮਾਰਿਆ ਕਿਸ ਤਰ੍ਹਾਂ? ਗਲਾ ਦਬਾ ਕੇ ਮਾਰਿਆ, ਛੁਰੀ ਦੇ ਨਾਲ ਮਾਰਿਆ, ਕਿਸ ਤਰ੍ਹਾਂ ਮਾਰਿਆ? ਉਹਨੂੰ ਤਾਂ ਸਾਫ ਬੋਲ ਕੇ ਤੇਰੀ ਅੱਛਾ, ਉਹ ਮਕਾਰ ਕੇ ਫਿਰ ਟ੍ਰੇਨ ਵਿੱਚ ਸੱਟੀ ਨਹੀਂ। मैंने एक बार ये दसो कि इस पर दफ़ा भी ना तरस आया मेरी बेटी की जान बचाने वास्ते ने क्या हो रहा ना, अब्बा भी कोशिश कर, मैंने माफ़ कर दे। ਵਾਸਤੇ ਪਾਏ ਵੀ ਉਸ ਯੂਰ ਪਾਏ नहीं, तुसी मैनू ये दसो कि तुहानू ज़रा दर्शन आया तुहाडी सगी बेटी उन्हें एक दफ़ा भी ना कहा कि अब्बा जी मैनू ना मारो, मेरा कसूर की? तो तुहाडी अक्खां च ज़रा भी शर्मिंदगी नहीं सी कि मैं अपनी बेटी नू मारिया? ਨਹੀਂ ज़रा भी नहीं सी? क्यों, की वजह से? बारह चौकी लैके आंदे सी? ਮੈਂ ਸਿਰਫ ਪੈਰ ਤੇ ਪਨੀਆਂ ਤੇ ਅੱਖ ਲਾ ਕੇ ਮਾਰ ਬੈਨ ਫਿਰ ਰਹੀ ਹੈ। ਤੁਸੀਂ ਛੱਡੋ, ਤੁਸੀਂ ਇਹ ਤਾਂ ਸੋਚਦੇ ਰਹੇ ਕਿ ਮੇਰੀ ਬੇਟੀ ਹੈ। ਬੇਟੀ ਤੁਹਾਡੀ ਸੀ ਨਾ, ਤੁਸੀਂ ਉਹਨਾਂ ਪਤਾ ਨਹੀਂ ਸੀ ਰਹੀ? ਸਕੀ ਬੇਟੀ ਸੀ? ਆਈ ਅੱਛਾ, ਉਹਦਾ ਗਲਾ ਦਬਾਇਆ, ਤੁਸੀਂ ਉਹਦਾ ਸਾਂਸ ਫੋਨ ਕੀਤਾ ਹੈ, ਕਿਤੇ ਨਾ ਕੀਤਾ ਸੀ? ਹੱਥ ਨਾਲ। ਅੱਛਾ, ਫਿਰ ਉਸ ਟਾਈਮ ਉਹਨੇ ਕੋਈ ਚੀਖ ਨਹੀਂ ਮਾਰੀ ਜਾਂ ਕੋਈ ਆਪਣੇ ਆਪ ਨੂੰ ਛੁਡਾਉਣ ਵਾਸਤੇ ਕੁਝ ਕੀਤਾ ਨਹੀਂ? ਨਹੀਂ ਅੱਛਾ, ਫਿਰ ਗਲਾ ਤੋਂ ਬਾਅਦ ਟੋਏ ਸੱਟ ਲਈ। ਅੱਛਾ, ਟੋਏ ਸੱਟ ਕੇ ਚਲੀ ਗਈ ਨੇ ਉਹ ਨਾ ਜ਼ਰਾ ਵੀ ਰਹਿਮ ਨਾ ਹੋਇਆ?
چھری کتنا لے کے آئے سی؟ چھری اپنی آپ بنا کے. ناظرین یہ وہ باپ ہے، بیٹیاں باپ کی جان ہوتی ہیں، بیٹی جو ہے سب سے زیادہ محفوظ سمجھتی ہے باپ کے ساتھ، لیکن یہ وہ باپ ہے جس نے گلا دبایا اپنی بیٹی کو، پہلے گلا دبایا پھر گردن ہی کاٹ دی، اور ذرا سی، اور اب بھی ان کو ذرا بھی شرمندگی نہیں ان کی آنکھوں میں، ایک آنسو بھی نہ سکی بیٹی. میں یہ کہہ سکتی ہوں یہاں پہ چلو ستیلی ہوتی تو بندہ ترس نہ کھاتا، لیکن سکی بیٹی. پھر اس کے بعد وہ جدو تسی گڑا کھودیا سی، وہ کدوں کھودیا سی؟ کنی دیر پہلے تو کھود رہی سی، کیونکہ وہ ٹائٹن میں نہیں نا. وہ کسی نے بھی نہیں پتہ چلیا. اچھا پھر وہ تو بات سے میرے پر نہیں تھا، چھوٹا بچہ سی، اچھا وہ فوت ہو گئی تھی. ٹھیک ہے. اس کے بعد 4 سال تک ختم سی. انہوں نے سارے پوچھا ٹھیک ہے. کہ بیٹی کی بیٹی کی میں نے شادی کا چاہیے شادی کا چاہیے جسے پھر وہ چلے گئے گی ہم اچھا پھر برا میرے ساتھ تو تنویہ سنے بنا پھر انہیں میرے ڈاٹے آئے پھر جس سے. لیکن تمہیں ایک بڑی بھی نہ سوچ آئی کہ میں اپنی بیٹی تو اپنے ہاتھوں کے نال ہی دفنا دیتا ہے، مار کے سوڑ دیتا ہے. تمہیں ذرا رات کو سکون نہ سوئی جاندے سی؟ میں رات میں لوگوں کے سنتا تھی. کی فائدہ انکل جی، جہے دنیا دیکھ رہی ہے کی تمہیں کہے گی کہ کہہو جہے باپ. میری گل یاد ہے اپنی بیٹی دی جی تمہیں آ کے بولتی ہوں سی، کچھ تو بولتی ہوں ہے نا. یہ بھی کہتی اپنی روٹی کھانی پاری تھی رہا. کدی بیٹے نے آ کے پوچھا سی کہ ابا جی روٹی کھانی ہے؟ بیٹی پوچھتی سی نا کہ ابا جی روٹی کھانی ہے، پانی پینا. لیکن تمہیں ترس نہ آیا؟ کھا کے لے رہا لیکن پھر پوتی دس دیتا کہ میں ہی دسنا ہے. ناظرین اس ٹائم میرے ساتھ موجود ہیں ایس ایچ او جمشید اقبال صاحب جو کہ مانا والا میں تعینات ہیں. آئیے ان سے جانتے ہیں کہ اس کیس کے اصل حقائق کیا ہیں. السلام علیکم. جی وعلیکم السلام. سر سب سے پہلے مجھے یہ بتائیں کہ کیسا باپ ہے جس نے اپنی ہی بیٹی کو مارا اور مار کے پھر گھر میں دفنا دیا؟ تو آپ کو کیسے معلوم پڑا کہ اس نے اپنی بیٹی کو گھر میں دفنایا ہوا ہے؟ جی میں ریسنٹلی ادھر تعینات ہوا ہوں، تو یہ وہاں میں ایک جو ہے نا وہ پریشانی کی لہر تھی کہ اس کی بیٹی ایک ملتی نہیں ہے، لیکن اس کا والد بالکل پریشان نہیں تھا. وہ کافی 3 مہینے ہو گئے ہیں. پھر اس کے کچھ رشتہ داروں نے اس سے استفسار کیا کہ آپ کی بیٹی ذکیہ نے کبھی دیکھی. یہ ان کو کہتا تھا کہ میں نے اس کا جو ہے نا وہ شادی کر دی ہوئی ہے، اور وہ کہیں دور میں نے اس کی شادی کر دیا، وہ آتی نہیں ہے. پھر اس کے ایک رشتہ دار تھے، اس کی کوئی فوتگی ہو گئی. اس نے کہا یار تمہاری بیٹی میری فوتگی بھی نہیں آئی، سچی بات بتاؤ. تو جی چیم گوئیاں چلتی ہوئی وہاں میں گئیں، محلے داروں میں گئیں، ہمیں بھی انفارم کیا گیا کہ اس کی بیٹی جو ہے ملتی نہیں ہے، اس پہ شک ہے کہ اس نے کچھ اس کے ساتھ غیر قانونی یا کچھ اس طرح کا کوئی معاملہ ہوا. اس پہ ہم نے اس کو پھر اریسٹ کر لیا، اس کو ہم نے انٹیروگیٹ کیا. تو اس نے انکشاف کیا کہ میری ایک بہن ہے مقبولہ اور ایک بہن ہوئی ہے سونا نام کا. ان دونوں کے پاس میں نے اس کو بھیجا تھا، تو انہوں نے مجھے کہا کہ اس کا کچھ کریکٹر ٹھیک نہیں ہے، تو وہ بھی ادھر آ گئے، یہ بھی اس کی بیٹی کو بھی لے آئے. انہوں نے مجھے اکسایا اور ہمیں پھر غصہ ہوا. ہم نے اس کو پھر رات کو گڑھا کھود کے اس میں ڈالا اور کہتا ہے کہ میں نے چھری سے اس کا گلا کاٹ دیا اور اس کو ادھر گڑھے میں ہی دفن کر دیا. جو اس کے ایک کچا مکان ہے، اس کا 2 کمرے اس کے ہیں، ایک طرف اور ایک طرف بالکل کچا ہے، جہاں وہ فالتو چیزیں رکھتے ہیں، اس میں گڑھا کھود کے اس نے اس کو دفن کر دیا. اس نے اس میں مطلب ڈال دیا، اوپر مٹی ڈال دی. تو ہم نے پھر اس کو گرفتار کر کے نشاندہی کے طور پہ ہم اس کو لے کے گئے کہ چیک کریں یہ بات صحیح بول رہا ہے کہ ایسے صرف غلطی میں نہیں کر رہا. لیکن جب اوپر سے تھوڑی سی مٹی ہٹائی تو نیچے سے ہمیں وہ کپڑا نظر آ گیا. اس سے ہمیں پھر شور ہو گیا کہ اس نے یہ کام کیا ہوا ہے. پھر ہم نے وہ فرانزک ٹیمیں منگوائیں اور جتنے تھے وہ سارے لوازمات جو بھی ہوتے تھے پورے کو FIR لانچ ہوئی. ابھی یہ ایک اریسٹ ہے اور انشاءاللہ تعالی دوسرے جو اس کے ساتھی ہیں اس کی بہن اور بہن ہوئی اس کے لیے ہم نے ٹیمیں تشکیل دی ہوئی ہیں. انشاءاللہ تعالی وہ بھی جلد پکڑے جائیں گے اور یہ انشاءاللہ تعالی کیفر کردار تک ان کو پہنچائیں گے، یہ اپنی سزا پائیں گے انشاءاللہ تعالی.